सतनाम वाहिगुरु साहिब जी। सलोक सतपुरख जिन जानिया, सतगुर तिसका नाऊ। तिसका संग सिख उदर, नानक हर गुण गाओ। वाहिगुरु जी का खालसा, वाहिगुरु जी की फतेह। गुरु प्यारी साध संगत जी, आप जी अति वडभागे हो जो इस वक्त सतगुरां दे पावन चरनां विच हाजरियां भर के सतगुरु जी वालों बख्शिया होया अमोलक मनुखा जन्म सफल करन दा सफल यतन कर रहे हो। सतगुरां दी कृपा सदका चल रही सुखमनी साहिब दी लड़ीवार विचार, जिस दी अज आपां 18वीं अष्टपदी अते इस पावन श्लोक दी विचार गुरु साहिब जी दी कृपा नाल सांझी करनी है। साहिब जी बख्शिश कर रहे हैं। श्लोक सतपुरख जिन जानिया। सत कहते हैं होंद वाला है, पुरख जिहड़ा सब जगह व्यापक है, जिसने होंद वाले उस व्यापक परमात्मा नूं जानिया है। सतगुर तिसका नाम, उसनूं सतगुरु कहंदे हैं। वैसे गुरमत दे विच बार बार गुरु साहिब जी ने हदायत की है कि जे परमात्मा की प्राप्ति करनी है तो साडे जीवन दे विच गुरु की कृपा होनी बहुत जरूरी है। गुरु दे राही परमात्मा की प्राप्ति हो सकती है, उहदे नाल साडी सांझ पै सकती है। बिन सतगुर किने ना पायो, बिन सतगुर किने ना पाया। मत को भरम भूले संसार, गुर बिन कोई ना उतर सपार। ते सतगुरु कौन है? जिस मिले मन होए आनंद, सो सतगुर कहिए। मन की दुबदा बिन सजाए, हर परम पद लही। सतपुरख जिन जानिया, सतगुर तिसका नाम। उसनूं सतगुरु कहंदे हन। तिसका संग सिख उदर। ऐसे सतगुरु की संगत करके, ऐसे सतगुरु का संग करके सिख अवगणा तो बच जाता है, ते ऐसे अकाल पुरख परमेश्वर नाल सांझ बनती है। ते सब कहते हैं परमात्मा दे गुण फिर वो सिख गाउंदा है। नानक हर गुण गाओ अष्टपदी। सतगुर सिख की करै प्रतिपाल। सतगुरु सिख की प्रतिपालना करता है। ये नहीं कि एक दिन करता है, अगे बड़ा स्पष्ट किया। सेवक को गुर सदा दयाल। वो अपने सिख दे उपर हमेशा ही दयालता रखता है। बखरी गल है, बारिश होंदी असीं हुण भांडा ही पुट्ठा रख दईए ते उहदे विच तां पानी नहीं आ सकदा। वो तो सारियां ते कृपा करता है। सतगुरु सदा दयाल है भाई। बिन भागा क्या पाइए, एक नदर कर वेखै, सब ऊपर जिहा भाओ तिहा फल पाइए। सतगुरु प्रतिपालना करता है और सदा करता है। सिख की गुर दुरमत मल हिरा। सतगुरु सिख दी भैड़ी मत ते मन की मैल जिहड़ी है दूर कर दिंदा है। गुर बचनी
ਹਰ ਨਾਮ ਉਚਰੈ, ਗੁਰੂ ਦੇ ਉਪਦੇਸ਼ਾਂ ਨੂੰ ਕਮਾ ਕੇ ਉਹ ਪ੍ਰਮਾਤਮਾ ਦੇ ਨਾਮ ਨੂੰ ਉਚਾਰਨ ਕਰਦਾ ਹੈ। ਤੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ। ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਤੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਵਿਕਾਰਾਂ ਤੋਂ ਔਗਣਾਂ ਤੋਂ ਹਟ ਜਾਂਦਾ ਹੈ। ਤੇ ਜਿੱਦਣ ਸਿੱਖ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਉਹ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ ਜਿਹਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਂਦੀ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਸਤਿਗੁਰੂ ਸਿੱਖ ਦਾ ਲੋਕ ਤੇ ਪਰਲੋਕ ਸਵਾਰ ਦਿੰਦਾ ਹੈ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਜੀ ਨਾਲ ਸਮਾਰੇ। ਹੁਣ ਜਿਸ ਤਰ੍ਹਾਂ ਕਿਸੇ ਪਰਿਵਾਰ ਦੇ ਵਿੱਚ ਬਹੁਤ ਸਮੇਂ ਬਾਅਦ ਘਰ ਧੀ ਜਾਂ ਪੁੱਤਰ ਦਾ ਜਨਮ ਹੁੰਦਾ ਹੈ ਤੇ ਮਾਂ ਬਾਪ ਉਹਨੂੰ ਬਹੁਤ ਯਾਦ ਕਰਦੇ ਆ, ਉਹਦੇ ਵਿੱਚ ਹੀ ਉਹਨਾਂ ਦਾ ਧਿਆਨ ਰਹਿੰਦਾ ਹੈ। ਤੇ ਜਿਹੜਾ ਸਿੱਖ ਗੁਰੂ ਦਾ ਬਣ ਜਾਂਦਾ ਤੇ ਗੁਰੂ ਵੀ ਪਰਮੇਸ਼ਰ ਵੀ ਉਹਦਾ ਧਿਆਨ ਰੱਖਦਾ, ਉਹਨੂੰ ਜਿੰਦ ਦੇ ਨਾਲ ਯਾਦ ਰੱਖਦਾ ਹੈ। ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਗੁਰ ਕਾ ਗ੍ਰਹਿ ਸੇਵਕ ਜੋ ਰਹੈ। ਇੱਥੇ ਗ੍ਰਹਿ ਦਾ ਭਾਵ ਇਹ ਨਹੀਂ ਕਿ ਅਸੀਂ ਗੁਰਦੁਆਰੇ ਰਹਿਣਾ ਹੈ, ਗੁਰੂ ਦੀ ਰਹਿਣੀ ਦੇ ਵਿੱਚ ਜਿਹੜਾ ਰਹਿਣਾ ਚਾਹੁੰਦਾ ਹੈ, ਗੁਰੂ ਦੀ ਮਰਜ਼ਾਦਾ ਦੇ ਵਿੱਚ ਜੋ ਰਹਿਣਾ ਚਾਹੁੰਦਾ ਹੈ, ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਜਿਹੜੀ ਆਗਿਆ ਹੈ ਉਹਨੂੰ ਮਨ ਦੇ ਵਿੱਚ ਸਹਿਣਾ ਪਏਗਾ, ਉਹਨੂੰ ਜੀਵਨ ਦੇ ਵਿੱਚ ਮੰਨਣਾ ਪਏਗਾ ਜੋ ਗੁਰੂ ਕਹਿੰਦਾ ਹੈ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇ ਫਿਰ ਆਪਣਾ ਆਪ ਜਿਹੜਾ ਹੈ ਉਹ ਪ੍ਰਗਟ ਨਹੀਂ ਕਰਨਾ। ਸਾਹਿਬ ਮਹਾਰਾਜ ਕਹਿੰਦੇ ਆਪਸ ਕੋ ਕਰ ਕਛ ਨਾ ਜਣਾਵੈ। ਹਾਂ, ਜਿਹੜਾ ਗੁਰੂ ਦੀ ਰਹਿਣੀ ਵਿੱਚ ਰਹਿੰਦਾ ਹੈ, ਗੁਰੂ ਦੀ ਮਰਜ਼ਾਦਾ ਵਿੱਚ ਰਹਿੰਦਾ ਹੈ, ਉਹ ਕੀ ਕਰਦਾ ਹੈ? ਹਰ ਹਰ ਨਾਮ ਹਿਰਦੇ ਸਦ ਧਿਆਵੈ। ਉਹ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰਦਾ ਹੈ। ਮਨ ਵੇਚੈ ਸਤਿਗੁਰ ਕਹਿ ਪਾਸ। ਉਹ ਆਪਣਾ ਮਨ ਵੇਚ ਦਿੰਦਾ ਹੈ। ਕਿਹਨੂੰ ਵੇਚਦਾ ਹੈ? ਆਪਣੇ ਸਤਿਗੁਰੂ ਨੂੰ ਵੇਚ ਦਿੰਦਾ। ਕਿਸੇ ਨੇ ਕਿਸੇ ਨੂੰ ਵੇਚ ਦਿੱਤਾ, ਕਿਸੇ ਨੇ ਕਿਸੇ ਨੂੰ ਵੇਚਿਆ ਹੋਇਆ ਹੈ। ਪਰ ਜਿਹੜਾ ਸਤਿਗੁਰੂ ਨੂੰ ਮਨ ਵੇਚ ਦਿੰਦਾ ਹੈ, ਮਨ ਵੇਚੈ ਸਤਿਗੁਰ ਕਹਿ ਪਾਸ, ਤੇ ਸੇਵਕ ਕੇ ਕਾਰਜ ਰਾਸ। ਉਹਦੀ ਜ਼ਿੰਦਗੀ ਦਾ ਕਾਰਜ ਜਿਹੜਾ ਹੈ ਰਾਸ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਹਿਕਾਮੀ। ਨਹਿਕਾਮੀ ਕਹਿੰਦੇ ਜਿਹਦੇ ਵਿੱਚ ਮੰਗ ਕੋਈ ਨਹੀਂ, ਖਾਹਿਸ਼ ਕੋਈ ਨਹੀਂ ਹੈ। ਸੇਵਾ ਤਾਂ ਕਰ ਰਿਹਾ ਪਰ ਖਾਹਿਸ਼ ਕੋਈ ਨਹੀਂ। ਉਹਨੂੰ ਪਤਾ ਹੈ, ਵਿਸ਼ਵਾਸ ਹੈ ਕਿ ਮੇਰੇ ਸਤਿਗੁਰੂ ਨੇ ਦੇਣਾ ਹੈ, ਸਤਿਗੁਰੂ ਦਿੰਦਾ ਹੈ, ਸਤਿਗੁਰੂ ਬਖਸ਼ਿਸ਼ ਕਰਦਾ ਹੈ। ਹੁਣ ਮਾਂ ਜਿਹੜੀ ਹੈ, ਜਿਹੜਾ ਬੱਚਾ ਮੰਗਦਾ ਹੈ ਉਹਨੂੰ ਵੀ ਦਿੰਦੀ ਹੈ, ਜਿਹੜਾ ਨਹੀਂ ਮੰਗਦਾ ਉਹਨੂੰ ਵੀ ਦਿੰਦੀ, ਕਿਉਂਕਿ ਮਾਂ ਦਾ ਸੁਭਾਅ ਹੈ। ਪਰਮਾਤਮਾ ਉਹਨਾਂ ਨੂੰ ਵੀ ਦਿੰਦਾ ਜੋ ਮੰਗ ਰਹੇ ਆ, ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਨਹੀਂ ਮੰਗਦੇ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਤੀ ਅਰਦਾਸ। ਬਾਬਾ ਆਦਮ ਜੀ ਹੋਏ, ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਵਿੱਚ ਬੜੀ ਸੇਵਾ ਕਰਦੇ ਸਨ। ਦੋਨੇ ਮੀਆਂ ਬੀਬੀ ਸਨ, ਬਹੁਤ ਲਗਨ ਦੇ ਨਾਲ ਨਿਸ਼ਕਾਮ ਹੋ ਕੇ ਸੇਵਾ ਕਰਦੇ ਸਨ। ਇੱਕ ਦਿਨ ਸਤਿਗੁਰਾਂ ਨੇ ਬੁਲਾਇਆ, ਕਹਿਣ ਲੱਗੇ ਬਾਬਾ ਆਦਮ ਕੁਛ ਮੰਗ ਲਓ। ਉਹਨਾਂ ਦਾ ਨਾਮ ਹੀ ਸੀ। ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਡੀ ਇੰਨੀ ਕਿਰਪਾ ਹੋ ਗਈ ਹੈ, ਇਹ ਮੰਗਣ ਵਾਲੀ ਬਿਰਤੀ ਖਤਮ ਹੋ ਗਈ। ਹੁਣ ਤਾਂ ਇੱਕੋ ਹੀ ਖਾਹਿਸ਼ ਹੈ ਕਿ ਉਸ ਪਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਹੋ ਜਾਣ, ਪਰਮਾਤਮਾ ਵਿੱਚ ਲੀਨਤਾ ਹੋ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਕੁਛ ਮੰਗ ਲਓ ਪੁੱਤਰ, ਮੰਗ ਲਓ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਤਿਗੁਰੂ ਮਹਾਰਾਜ, ਬਾਬਾ ਆਦਮ ਨੇ ਆਖਿਆ ਸਤਿਗੁਰੂ ਜਿਨ੍ਹਾਂ ਦੇ ਪੁੱਤ ਹਨ ਉਹ ਵੀ ਦੁਖੀ ਹਨ, ਜਿਨ੍ਹਾਂ ਕੋਲ ਨਹੀਂ ਹੈ ਉਹ ਵੀ ਦੁਖੀ ਹੈ।
ਸੁਖੀ ਤਾਂ ਦੁਨੀਆ ਦੇ ਵਿੱਚ ਉਹ ਆ ਜਿਹਦੇ ਕੋਲ ਸਤਿਗੁਰੂ ਹੈ। ਜਿਹਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਉਹ ਸਭ ਤੋਂ ਵੱਡਾ ਸੁਖੀ ਹੈ, ਜਿਹਨੂੰ ਸਤਿਗੁਰੂ ਮਿਲ ਗਿਆ। ਸਤਿਗੁਰੂ ਨੇ ਉਹਦੀ ਘਰ ਵਾਲੀ ਨੂੰ ਪੁੱਛਿਆ, ਕਹਿਣ ਲੱਗੇ ਪੁੱਤਰ ਤੂੰ ਦੱਸ। ਕਹਿਣ ਲੱਗੇ ਪੁੱਤਰ ਦੀ ਦਾਤ ਦੇ ਦਿਓ ਗੁਰੂ ਸਾਹਿਬ ਮਹਾਰਾਜ, ਜੇ ਤੁਰਠੇ ਹੋ ਬਖਸ਼ਿਸ਼ ਕੀਤੀ ਹੈ। ਉਹ ਤਾਂ ਦਿੰਦਾ ਹੈ ਜੋ ਨਹੀਂ ਮੰਗਦਾ, ਜਿਹੜਾ ਨਾਕਾਮੀ ਹੋ ਜਾਂਦਾ। ਹੁਣ ਭਾਈ ਗੋਪਾਲਾ ਪਾਠ ਤਾਂ ਕਰ ਗਿਆ ਸੀ ਪਰ ਮੰਗ ਰੱਖ ਲਈ, ਤੇ ਗੁਰੂ ਤਾਂ ਦੇਣ ਲੱਗਾ ਸੀ, ਗੁਰ ਤਾਂ ਗੱਦੀ ਦੇਣ ਲੱਗਾ ਸੀ। ਸਭ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ, ਜੇ ਨਿਸ਼ਕਾਮ ਹੋ ਕੇ ਬਿਨਾਂ ਖਾਹਿਸ਼ ਤੋਂ ਕਰ ਗਿਆ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਆਪਣੀ ਕਿਰਪਾ ਜਿਸ ਆਪ ਕਰੇ, ਜਿਹਦੇ ਉੱਪਰ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਉਹ ਗੁਰੂ ਦੀ ਇਸ ਮਤ ਨੂੰ ਧਾਰਨ ਕਰਦਾ ਹੈ। 20 ਵਿਸਵੇ ਗੁਰ ਕਾ ਮਨ ਮਾਨੈ। ਕਈ ਚੀਜ਼ਾਂ ਜਿਹੜੀਆਂ ਕਹਾਵਤਾਂ ਬੜੀਆਂ ਪ੍ਰਚਲਿਤ ਹਨ, ਕਈ ਵੇਲੇ ਲੋਕੀ ਯਕੀਨ ਨਹੀਂ ਕਰਦੇ ਨਾ। ਪੁਰਾਣੇ ਬੰਦੇ ਕਹਿੰਦੇ ਹੁੰਦੇ ਸਨ, ਮੇਰੀ ਗੱਲ 16 ਆਨੇ ਸੱਚੀ ਹੈ, ਮੇਰੀ ਗੱਲ 16 ਆਨੇ ਸੱਚੀ ਹੈ। 16 ਆਨੇ ਪਤਨ ਪੂਰਨ ਤੌਰ ਤੇ ਇਹ ਗੱਲ ਸੱਚੀ ਹੈ। ਵਿਸਵਾ ਕਹਿੰਦੇ ਹਨ ਜ਼ਮੀਨ ਦੇ ਨਾਲ ਸੰਬੰਧ ਇਹਦਾ। ਇੱਕ ਬਿੱਗੇ ਦੇ ਵਿੱਚ 20 ਵਿਸਵੇ ਹੁੰਦੇ ਆ, ਭਾਵ ਪੂਰਨ ਤੌਰ ਤੇ ਵੀ 20 ਵਿਸਵੇ ਇਕੱਠੇ ਹੋ ਗਏ ਤੇ ਇੱਕ ਬਿੱਗਾ ਬਣ ਜਾਂਦਾ। ਤੇ ਸਤਿਗੁਰ ਕਹਿੰਦੇ 20 ਵਿਸਵੇ ਗੁਰ ਕਾ ਮਨ ਮਾਨੇ, ਪੂਰਨ ਤੌਰ ਤੇ ਜਿਹਦਾ ਮਨ ਗੁਰੂ ਦੇ ਪ੍ਰਤੀ ਮੰਨ ਗਿਆ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਉਹ ਪਰਮਾਤਮਾ ਦੀ ਅਵਸਥਾ ਨੂੰ ਜਾਣ ਲੈਂਦੇ ਹਨ। ਸੋ ਸਤਿਗੁਰ ਜਿਸ ਹਿਰਦੇ ਹਰਿ ਨਾਮ, ਉਹ ਸਤਿਗੁਰੂ ਹੈ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ। ਬਥੇਰੇ ਗੁਰੂ ਤੁਹਾਨੂੰ ਮਿਲ ਜਾਣਗੇ, ਸਿੱਧੇ ਡਾਇਰੈਕਟ ਗੁਰੂ ਬਣਦੇ ਹੈ। ਚੇਲੇ ਚੂਲੇ ਬਣਨ ਦੀ ਲੋੜ ਹੀ ਨਹੀਂ ਸਮਝਦੇ। ਕਿ ਇੱਕ ਬੰਦਾ ਚਲਾ ਗਿਆ ਆਸ਼ਰਮ ਦੇ ਵਿੱਚ, ਬੜਾ ਲੰਬਾ ਮੱਥਾ ਟੇਕਿਆ, ਬੜਾ ਕੁਝ ਲੈ ਕੇ ਗਿਆ। ਕਹਿਣ ਲੱਗੇ ਬੇਟਾ ਦੱਸ ਕੀ ਚਾਹੀਦਾ? ਕਹਿਣ ਲੱਗਾ ਜੀ ਚਾਹੀਦਾ ਕੁਛ ਨਹੀਂ, ਮੈਨੂੰ ਆਪਣਾ ਸਿੱਖ ਬਣਾ ਲਓ। ਕਹਿਣ ਲੱਗੇ ਵੀ ਜਿਹੜੇ ਸੇਵਾ ਕਰਦੇ ਆ ਥੋੜੇ 2-4 ਦਿਨ ਰੁਕ ਕੇ ਦੇਖ। ਉਹ 2-4 ਦਿਨ ਰੁਕਿਆ, ਬੜੀ ਕਠਿਨ ਮਿਹਨਤ ਕਰ ਰਹੇ ਸਨ, ਬੜੀ ਕਠਿਨ ਮਿਹਨਤ ਕਰ ਰਹੇ ਸੀ। ਉਹ 4 ਕੁ ਦਿਨ ਬਾਅਦ ਫਿਰ ਘੁੰਮ ਕੇ ਆ ਗਿਆ। ਗੁਰੂ ਨੇ ਆਖਿਆ ਵੀ ਕੀ ਬਣਨਾ? ਬਣਨਾ ਸਿੱਖ ਬਣਨਾ, ਚੇਲਾ ਬਣਨਾ? ਕਹਿਣ ਲੱਗਾ ਜੀ ਚੇਲਾ ਬਣਨਾ ਤਾਂ ਔਖਾ, ਮੈਨੂੰ ਗੁਰੂ ਹੀ ਬਣਾ ਲਓ। ਗੁਰੂ ਬੜਾ ਸੌਖਾ ਬੈਠਾ ਹੈ, ਚੌਂਕੜਾ ਮਾਰ ਕੇ ਬੈਠਾ। ਬਥੇਰੇ ਗੁਰੂ ਹੋਇਆ ਇਸ ਦੇਸ਼ ਦੇ ਵਿੱਚ। ਸਾਡੇ ਇਤਿਹਾਸ ਦੇ ਵਿੱਚ ਵੀ ਮੋਗੇ ਦੇ ਕੋਲ ਗੁਰਦੁਆਰਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾ ਰਹੇ ਸੀ, ਐਡਾ ਮੋਟਾ ਸੱਪ, ਸਿੱਖ ਵੀ ਹੈਰਾਨ ਹੋ ਗਏ। ਤੇ ਗੁਰੂ ਸਾਹਿਬ ਮਹਾਰਾਜ ਇਹ ਕੀ? ਸਤਿਗੁਰੂ ਮਹਾਰਾਜ ਕੋਲ ਗਏ ਤੇ ਆਪਣਾ ਪਾਵਨ ਚਰਨ ਜੋੜੇ ਸਮੇਤ ਗੁਰੂ ਸਾਹਿਬ ਨੇ ਉਹਦੇ ਉੱਪਰ ਰੱਖਿਆ ਤੇ ਉਹ ਪੂਰਾ ਫਟ ਗਿਆ। ਅੰਦਰ ਕੀੜੇ ਹੀ ਕੀੜੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੇ ਵਿੱਚ ਕੀੜੇ ਸਨ। ਸਿੱਖਾਂ ਨੇ ਪੁੱਛਿਆ ਗੁਰੂ ਸਾਹਿਬ ਇਹ ਕੀ ਹੈ? ਕਹਿਣ ਲੱਗੇ ਇਹ ਆਪਣੇ ਸਮੇਂ ਦਾ ਗੁਰੂ ਸੀ ਤੇ ਇਹਦੇ ਚੇਲੇ ਸਨ, ਨਾ ਆਪ ਮੁਕਤ ਹੋਇਆ ਤੇ ਨਾ ਆਪਣੇ ਚੇਲਿਆਂ ਨੂੰ ਮੁਕਤ ਕਰੇ। ਸਭ ਇੱਥੇ ਕਹਿ ਰਹੇ ਸਤਿਗੁਰੂ ਕੌਣ ਹੈ? ਸੋ ਸਤਿਗੁਰ ਜਿਸ ਹਿਰਦੇ ਹਰਿ ਨਾਮ, ਅਨਕ ਵਾਰ ਗੁਰ ਕੋ ਬਲ ਜਾਓ। ਕਹਿੰਦੇ ਮੈਂ ਅਨੇਕਾਂ ਵਾਰ ਆਪਣੇ ਗੁਰੂ ਤੋਂ ਸਦਕੇ ਜਾਣਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸਰਬ ਨਿਧਾਨ ਜੀ ਕਾ ਦਾਤਾ, ਸਾਰੇ ਖਜ਼ਾਨੇ ਦੇਣ ਵਾਲਾ ਮੇਰਾ ਸਤਿਗੁਰੂ ਹੈ। 8 ਪਹਿਰ 8 ਪਹਿਰ ਪਾਰ ਬ੍ਰਹਮ ਰੰਗ ਰਾਤਾ, ਪ੍ਰਮਾਤਮਾ ਦੇ ਰੰਗ ਦੇ ਵਿੱਚ, ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਤੇ ਫਿਰ ਭੇਦ ਕੋਈ ਨਹੀਂ ਰਹਿੰਦਾ। ਜਿਸ ਤਰ੍ਹਾਂ ਕਹਿ ਦਈਏ ਵੀ ਸੇਵਕ ਦੇ ਵਿੱਚ ਸਤਿਗੁਰੂ ਹੈ, ਸਤਿਗੁਰੂ ਦੇ ਵਿੱਚ ਸੇਵਕ ਹੈ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕ ਹੈ ਆਪ। ਫਰਕ ਕੋਈ ਨਹੀਂ ਰਿਹਾ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰਗ ਪਾਣੀ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਇੱਕ ਹੈ ਆਪ, ਇੱਕ ਬਣ ਗਏ। ਨਹੀਂ ਕਛ ਭਰਮ, ਕੋਈ ਫਿਰ ਭਰਮ ਨਹੀਂ ਰਿਹਾ। ਸਹਿਸ ਸਿਆਣ ਭਲਿਆ ਨਾ ਜਾਈਏ। ਹਾਂ, ਚਤਰਾਈਆਂ ਦੇ ਨਾਲ
सतगुरु की हजूरी प्राप्त नहीं होंदी, सियाणपां दे नाल नहीं होंदी। सहस सियाणप लिया ना जाइए, किद्दां मिलदा है? नानक ऐसा गुर बड़ भागी पाइए, ऐसा गुरु बड़े भागां दे नाल प्राप्त हुंदा है। सफल दर्शन, सतगुरु के दर्शन भी सफल हैं। पेखत पुनीत, जिहड़े गुरु के दर्शन करते हैं पवित्र हो जाते हैं। पेखत पुनीत, परसत चरण गत निर्मल रीत, जिहड़े सतगुरु के चरणों नूं परसदे आ, उन्हां दी आत्मक अवस्था जिहड़ी है, उन्हां दी जिंदगी दी मर्यादा जिहड़ी है पवित्र हो जाती है। भेटत संग राम गुण रवे, वो गुरु का संग करके, भेटे का अर्थ हुंदा मिलाप, भेटत संग राम गुण रवे, पार ब्रह्म की दरगाह गवे, वो परमात्मा की दरगाह तक उसकी पहुँच हो जाती है। सुन कर बचन, वो सतगुरु के बचनों को सुन के करन आघाने, ਉਹਦੇ ਕੰਨ ਰੱਜ ਜਾਂਦੇ ਆ। नहीं तो दुनिया दीयां गल्लां सुनदे आ, दुनिया दे गंदे गीतां दे नाल लोकी नहीं रजदे। अजकल तो नवां ही रिवाज चलिया, टूटियां कन्नां दे विच ला के गंद सुनदे आ। सतगुर कहंदे बाणी विच गंदन बैण रता हितकारी शब्द सुरत नाए। ते पर जिहड़े बाणी सुनदे आ उन्हां दे कंन रज जांदे आ। सुन कर बचन करन आघाने, मन संतोख, उन्हां दे मन दे विच संतोख, आत्म पतियाने, उन्हां दा आत्मा पतीज जाता है। पूरा गुर अखियो जाका मंत्र, अखियो कहते हैं उहदा मंत्र जिहड़ा है वो अटल है। अमृत दृष्ट पेखे होए संत, जिहदे उपर सतगुरु अमृत दृष्टि करते आ वो संत बन जाता है। उहदी अवस्था इदां दी बन जाती है। गुण बेअंत कीमत नहीं पाए, परमात्मा दे गुण, मेरे सतगुरु दे गुण बेअंत हैं, कोई मुल नहीं पाया जा सकता। नानक जिस भावै तिस लए मिलाए, हाँ जिहदे प्रसन्न हो जाता है, जो उन्होंने भा जाता है उन्होंने अपने नाल मिला लैंदा। फिर असीं की करना है? सतगुरु कहंदे जेवा एक उस्तत अनेक, साडी जीव एक है, परमात्मा की उस्तत अनेक है, असीं कही नहीं सकते। असीं करोड़ां जन्म भी लै लईए ना, असीं सतगुरु की उस्तत नहीं कर सकते। कत कत कथी कोटि कोट कोट, करोड़ां जन्म भी लै लईए असीं उहदे गुण नहीं गा सकते। बेअंत गुण हैं। जेवा एक उस्तत अनेक, सतपुरख, वो सत है, होंद वाला है। पुरख कहते हैं सारियां दे विच व्यापक है, पूर्ण पूरा है, विवेक वो परखण वाला है। काहू बोल ना पहुंचत प्राणी, किसी गल्लां दे नाल नहीं पहुंचा जा सकता, किसी बोल नाल नहीं पहुंचा जा सकता। अगम साडी गमता नहीं है, अगोचर साडे ज्ञान इंद्रियां दी पहुंच नहीं है। प्रभ निर्वाणी, परमात्मा जिहड़ा निर्लेप है, निराहार निर्वैर सुखदाई। निराहार कहते हैं उन्होंने भोजन की, क्योंकि परमात्मा जिहड़ा उहदा स्वरूप कोई नहीं, उहदा पेट ही कोई नहीं, भुख कोई नहीं है। निराहार निर्वैर, उन्होंने कोई बैर नहीं है, सुखदाई सुख देने वाला है। ताकि कीमत उहदा मुल किने ना पाई, कोई नहीं पा सकता। अनक भगत बंधन नित करे, क्योंकि वह परमात्मा काल पुरख है। हुण कई चीज़ां दा आपां मुल लै सकते हैं। बंदा कहता ना मैं दुनिया खरीद लाँगा, दुनिया खरीद लेगा, पर जो नहीं खरीदिया जाता वो तो फिर नमस्कार करके ही मिलता है। वो तो बंधन करके, नमस्कार करके, डंडौत करके ही लिया जा सकता, अरदासां करके लिया जा सकता है। वो पैसे नाल भी चीज़ नहीं प्राप्त होती। इस करके सतगुरु कहते अनक भगत बंधन नित कर है, चरण कमल हिरदै सिमर, उस परमात्मा के नाम नूं अपने हिरदे विच सिमरदे हैं। सत बलिहारी सतगुर अपने, मैं सदा अपने सतगुरु तो बलिहार जांदा। नानक जिस प्रसाद जिहदी कृपा नाल ऐसा प्रभ जपने, इदां दा प्रभ परमात्मा जिहड़ा है उहदा जप कीता जा सकदा। ये हर रस पावै जन कोए, जिहड़े परमात्मा दे इस नाम रस नूं प्राप्त कर लैंदे आ। अमृत पीवे अमर सो होए, उस परमात्मा दे आत्मक जीवन देण वाले नाम नूं पींदे हन ते हमेशा वास्ते अमर हो जाते हैं। उस पुरख का नाही कदे विनाश, उहदा विनाश नहीं है, अमर है। जाके मन प्रगटे गुणतास, जिहदे मन दे विच गुणां दा खजाना जिहड़ा प्रगट हो जाता है।
तो की करता है, 8 पैर हर का नाम ले, 8 पैर परमात्मा का नाम लैंदा है। सच उपदेश सेवक को दे, गुरु सच्चा उपदेश अपने सेवक नूं दिंदा है। मोह माया के संग ना लेप, ते वो सेवक जिहड़ा फिर मोह माया दे विच लीन नहीं है। इस तरह कह लो वो सप दा हत्थ दे विच फड़िया पर उहनूं जहर नहीं चढ़ सकदी, रहिंदा तां माया दे विच है पर माया तो निर्लेप है, माया दा नशा नहीं चढ़न दिंदा। मन में की करता, मन में राखे हर हर एक, सिर्फ एक परमात्मा दी ही आस रखदा है। अंधकार दीपक प्रगासे, जिस तरह अंधकार दे विच दीवे दा चानण है, इसे तरह नानक भरम मोह दुख तह ते नासे, इसे तरह उस जीव दे भी भरम मोह दुख तह ते नासे, ते ओहदे नस जांदे, दूर हो जांदे आ। तब तमाए ठांड बरताई, परमात्मा सतगुरु इस तरह दा है, वो बलदे हुए हिरदे दे विच ठंड बरताउंदा है। आनंद पिहा अंदर खेड़ा बन जांदा, दुख नाठे भाई दुख नठ जांदे हन। जन्म मरण के मिटे अंदेसे, अंदेसे कहंदे फिकर चिंतावां, जमन मरण की चिंता खत्म हो जाती। कदों होंदी है, जदों असीं सतगुरु जी दे कोल आउंदे आ, पढ़दे ना रोजाना, सो कहो टल गुर सेविए अहन सह सुभाए, दर्शन परसै गुरु के जन्म मरण दुख जाए। जन्म मरण के मिटे अंदेसे साधु के, पूर्ण उपदेशे, गुरु दे जिहड़े उपदेश हन पूर्ण हन। ते जिहड़े उपदेश हन जिहड़ा कमा लैंदा है, भौ चुका निरभव होए बसे, ਉਹਦਾ डर खत्म हो जाता है। निरभव परमात्मा दे विच ਉਹਦੀ ਲੀनता हो जाती है। सगल ब्याध शरीरक रोग जिहड़े आ मन ते खै नसे, ते मन दे विचों भी दूर हो जाते हैं। जिसका साथ इन किरपा धारी, हाँ जिसका बन जाता है परमात्मा कृपा करता है। साध संग जप नाम मुरारी, ते फिर वो गुरु का संग करके परमुरारी जिहड़ा अकाल पुरख है ਉਹਦਾ नाम जपदा है। थित पाई टिकाओ मिल गया, चूके भ्रम गवन, ये गवन जिहड़ी मनुख की जिहड़ी घूमण की आदत सी खत्म हो गई। सुन नानक हर हर जस सरवण, ते वो परमात्मा अकाल पुरख दे जस नूं सरवण करदा है। निर्गुण आप सरगुण भी होई, बड़ी किरपा की गुरु साहब महाराज ने सिखां दे उपर, बड़ी गुरु सिखां ने बहुत रहमत की साडे उपर, बहुत किरपा की। सतगुरु ने कहा कि ना तो असी मूर्तियां बनाउणियां हन ते ना असी मूर्तियां तोड़नियां हन। ये अपने सिखां नूं उपदेश दिता, क्योंकि रब दी तो मूर्ति कोई नहीं। थापिया ना जाए कीता ना होए, आपे आप निरंजन सो। ना तो असी मूर्तियां बनाउणियां ते ना असी तोड़नियां। हिंदू वीरां ने बनाईयां ते मुसलमानां ने तोड़ दित्तियां, पर सिख भी नकल करन लग गए। सतगुरु ने आख्या कि तुहानूं दसदे आ, गुर मूरत गुर शब्द है, गुरु का शब्द ही गुरु की मूरत है। गुरु कौन है? बाणी गुरु, गुरु है बाणी, बिच बाणी अमृत सारे। गुर बाणी का है सेवक जन माने, प्रतख गुरु निस्तारे। परमात्मा निर्गुण स्वरूप है ते सरगुण भी वही है। निर्गुण आप सरगुण भी ओही, कला धार, जिन्हें अपनी ताकत पैदा करके सगली मोही कला धार, जिन सगली मोही सारिਆਂ ਨੂੰ मोह के रखिया, अपने वाल खिंच के रखे। अपने चरत अपने चोद तमाशे प्रभ आप बनाए, अपनी कीमत अपना मुल आपे पाए। हर बिन दूजा नाही कोई, हरि तो बिना परमेश्वर तो बिना दूजा कोई नहीं है। सर्व निरंतर एको सोए, वो सारिਆਂ ਦੇ ਵਿੱਚ एक निरंतर ही वस रहा है। ओत पोत ताने पेटे मंगर, रविया रूप रंग, वो परमात्मा हरेक रूप रंग दे विच व्यापक है। भय प्रकाश साध के संग, अंदर प्रकाश तां ही आएगा, चानण जीवन दे विच तां ही आएगा जदों असीं गुरु दा संग करदे हां। ते गुरु दे संग दे विच बहुत वड्डी किरपा गुरु महाराज किरपा करदे। जिस वेले असीं बाणी नूं पढ़दे हां, मैं कई वेले बेनती की है, बाणी भावें थोड़ी पढ़ लो, पर बाणी नूं विचारन का यतन करिए कि बाणी सानूं की उपदेश करदी है। बाणी उपदेश करन वास्ते नहीं है, बाणी कमाउण वास्ते है।
ਧਰਮ ਜਿਹੜਾ ਸੀ ਕਮਾਉਣ ਵਾਸਤੇ ਸੀ, ਅਸੀਂ ਦਿਖਾਉਣ ਵਾਸਤੇ ਬਣਾ ਲਿਆ। ਅਸੀਂ ਧਰਮ ਨੂੰ ਦਿਖਾਉਣਾ ਸਮਝ ਲਿਆ ਵੀ ਅਸੀਂ ਕੱਪੜੇ ਪਾ ਲਏ, ਅਸੀਂ ਕਿ ਧਰਮੀ ਹੋ ਗਏ। ਧਰਮ ਦਿਖਾਉਣਾ ਸਮਝ ਲਿਆ ਸੀ ਤੇ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਰੱਖਿਆ, ਲੋਕਾਂ ਨੇ ਖਿਲਾਉਣਾ ਵੀ ਸਮਝ ਲਿਆ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣ। ਮੈਨੂੰ ਇੱਕ ਕਿਤਾਬ ਮਿਲੀ, ਮੈਂ ਪੜ੍ਹ ਰਿਹਾ ਸੀ ਵੀ ਜਿਸ ਵੇਲੇ ਦੁਨੀਆ ਦੇ ਬੰਦੇ ਸ਼ਰਾਬ ਪੀਂਦੇ ਤੇ ਕੀ ਕਰਦੇ। ਉਹਦੇ ਵਿੱਚ ਲਿਖਿਆ ਸੀ ਜਦੋਂ ਜਰਮਨ ਵਾਲਾ ਸ਼ਰਾਬ ਪੀਂਦਾ ਨਾ ਤੇ ਉਹ ਖਾਣਾ ਬਹੁਤ ਖਾਂਦਾ ਹੈ, ਅੰਗਰੇਜ਼ ਪੀਂਦਾ ਤੇ ਉਹ ਹੋਰ ਕੰਮ ਕਰਦਾ ਹੈ, ਤੀਸਰਾ ਪੀਂਦਾ ਹੋਰ ਕੰਮ ਕਰਦਾ। ਮੈਂ ਦੇਖਿਆ ਵੀ ਹੁਣ ਭਾਰਤ ਦਾ ਵੀ ਲਿਖਿਆ, ਇੰਡੀਆ ਦਾ ਵੀ ਲਿਖਿਆ ਹੋਏਗਾ। ਬੜੀ ਸੋਹਣੀ ਗੱਲ ਲਿਖੀ ਸੀ ਵੀ ਜਦੋਂ ਇੰਡੀਆ ਦਾ ਬੰਦਾ, ਭਾਰਤ ਦਾ ਬੰਦਾ ਸ਼ਰਾਬ ਪੀਂਦਾ, ਉਹ ਉਪਦੇਸ਼ਕ ਬਣ ਜਾਂਦਾ, ਉਪਦੇਸ਼ਕ ਬਣ ਜਾਂਦਾ। ਤੁਸੀਂ ਦੇਖੋ ਨਾ, ਤੁਹਾਨੂੰ ਕਿੰਨੀਆਂ ਗੱਲਾਂ ਸੁਣਾਉਣਗੇ, ਉਹ ਉਪਦੇਸ਼ ਕਰਨਗੇ। ਇਹ ਵੀ ਤਾਂ ਕਈ ਤਰ੍ਹਾਂ ਦਾ ਨਸ਼ਾ ਹੈ, ਇਹ ਨਹੀਂ ਕਿ ਸਿਰਫ ਸ਼ਰਾਬ ਦਾ ਹੀ ਨਸ਼ਾ ਹੁੰਦਾ। ਤੇ ਗੁਰੂ ਸਾਹਿਬ ਮਹਾਰਾਜ ਨੇ ਤਾਂ ਸਾਨੂੰ ਪਹਿਲਾਂ ਆਖਿਆ, ਅੱਗੇ ਆਪਾਂ ਪੜਾਂਗੇ ਕੱਲ ਦੀ ਅਸ਼ਟਪਦੀ 'ਚ, ਮਨ ਪ੍ਰਬੋਧੇ ਆਪਣਾ, ਆਪਣੇ ਮਨ ਨੂੰ ਮਨ ਪ੍ਰਬੋਧੋ ਹਰ ਕੇ ਨਾ, ਪਹਿਲੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਜਾਵੇ। ਇੱਕ ਉਹ ਜਾ ਰਿਹਾ ਸੀ ਮੇਰੇ ਵਰਗਾ ਅਖੌਤੀ ਵਿਦਵਾਨ, ਵੀ ਅਸੀਂ ਆਪਣੇ ਆਪ ਬਣ ਗਏ ਨਾ, ਅਸੀਂ ਤਾਂ ਗਿਆਨੀ ਵੀ ਬਣ ਗਏ, ਵਿਦਵਾਨ ਵੀ ਬਣ ਗਏ ਆਪਣੇ ਆਪ। ਤੇ ਉੱਦਾਂ ਦਾ ਅਖੌਤੀ ਮੇਰੇ ਵਰਗਾ ਬੈਠਾ ਸੀ ਬੇੜੀ ਦੇ ਵਿੱਚ, ਮਲਾਹ ਨੂੰ ਪੁੱਛਦਾ ਹੈ, ਕਹਿੰਦਾ ਸੰਸਕ੍ਰਿਤ ਆਤੀ ਹੈ? ਕਹਿਣ ਲੱਗਾ ਨਹੀਂ ਮਹਾਰਾਜ ਨਹੀਂ ਆਤੀ। ਕਹਿੰਦਾ तेरा 4 आने जीवन बर्बाद। उर्दू आता है, हिंदी आती है? कहने लगा जी नहीं आती महाराज, तेरा 8 आने जीवन बर्बाद। तो कहने लगा फिर अगे कोई सीखण वास्ते तेन शौक है भी तेन हुण सीख ला, हिंदी संस्कृत हिंदी जो भी सीखना हुण सीख ला। कहने लगा महाराज टाइम कोई नहीं है, सारी दिहाड़ी निकल जाती है बेड़ी दे विच, ते फिर असी घर जाईदा सौ जाईदा, फिर सवेरे आ जाईदा, यही काम है, तो हुण टाइम कित्थे साडे कोल पढ़न। कहंदा तेरा 12 आने जीवन बर्बाद। थोड़ी देर बाद ना नदी विच आ गया तूफान। हुण मलाह पुछदा उस अखौती विद्वान नूं, कहन लगा जी दसो तुहानूं तैरना आउंदा? कहन लगा नहीं। कहंदा तेरा 16 आने जीवन बर्बाद। मैं तो तर के निकल जाना पर तू डुब जाना। गल्लां तां असीं तैरन दियां करदे हां पर तैरना आउंदा कोई नहीं। ते गुरु साहब महाराज कहंदे भाई चानण होएगा जदों असीं गुरु का संग करांगे। ओत पोत रविया रूप रंग भय प्रगास, साध के संग गुरु दे संग करके ही चानण होएगा। रच रचना अपनी कल धारी, ये सारी रचना बना के अपनी ताकत परमात्मा ने विच रखी है। अनक वार नानक बलिहारी, असी अनक वार बार बार उस तो सद के जाने आ, वो परमात्मा का कोई अंत नहीं है, कोई अंत नहीं पा सकते। सिर्फ एक काम कर सकते हैं, असी बलिहार जा सकते हैं, सद के जा सकते हैं। जिस ठाकर स्यो नाही चारा, ताको कीजै सद नमस्कार। इन्नियां बेनतियां आप जी ने प्रवान करनियां। होइयां भुलां दी खिमा बख्शनी, बलाओ फतेह। सारे आखो जी वाहिगुरू जी का खालसा, वाहिगुरू जी की फतेह।